6 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਵੱਲੋਂ ਦਰਬਾਰ ਸਾਹਿਬ ਤੇ ਕੀਤੀ ਗਈ ਗੋਲਾਬਾਰੀ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀ ਲੱਗੀ ਸੀ। 39 ਸਾਲ ਹੋ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਸਨ। ਉਸ ਦੀ ਸਾਂਭ ਸੰਭਾਲ ਦਾ ਜ਼ਿੰਮਾ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਜੀ ਨੂੰ ਦਿੱਤਾ ਗਿਆ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ 1984 ਸਾਕਾ ਵਾਪਰਿਆ ਸੀ। ਉਹਨਾਂ ਕਿਹਾ ਕਿ ਚਾਹੇ ਬਹੁਤ ਲੰਮਾ ਸਮਾਂ ਬੀਤ ਗਿਆ ਪਰ ਉਹ ਜ਼ਖਮ ਅੱਜ ਵੀ ਸਿੱਖ ਪੰਥ ਦੀ ਮਾਨਸਿਕਤਾ ਵਿੱਚ ਉਸੇ ਤਰ੍ਹਾਂ ਹਰੇ ਨੇ। ਉਹਨਾਂ ਕਿਹਾ ਕਿ ਜਦੋਂ ਜੂਨ ਮਹੀਨਾ ਸ਼ੁਰੂ ਹੁੰਦਾ ਸੀ ਸਿੱਖ ਪੰਥ ਦੀ ਪੀੜਾ ਮਾਨਸਿਕਤਾ ਵਿੱਚ ਉਸੇ ਤਰ੍ਹਾਂ ਤਰਾ ਕਰ ਉੱਠਦੀ ਹੈ। ਉਹ ਜ਼ਖਮ ਅੱਜ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਵਾਕਿਆ ਕੱਲ ਹੀ ਵਾਪਰਿਆ ਹੋਵੇ। ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਤੁਸੀਂ ਕੀਤੀ ਹੈ, ਇਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਉਸ ਸਮੇਂ ਪ੍ਰਕਾਸ਼ਮਾਨ ਸਨ, ਕਿਉਂਕਿ ਉਸ ਸਮੇਂ ਸ਼ਹੀਦੀ ਦਿਹਾੜਾ ਹੋਣ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇਸ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕਰਨ ਤੇ ਇਸ਼ਨਾਨ ਕਰਨ ਲਈ ਪਹੁੰਚੀਆਂ ਹੋਈਆਂ ਸਨ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਦੋਂ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੇ ਹੁਕਮਰਾਨਾਂ ਵੱਲੋਂ ਹੁਕਮ ਮੰਨ ਕੇ ਜ਼ਾਲਮ ਫੌਜ ਨੇ ਹਮਲਾ ਕੀਤਾ, ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ-ਢੇਰੀ ਕੀਤਾ ਗਿਆ ਉਦੋਂ ਗੁਰੂ ਸਾਹਿਬ ਦੇ ਪਾਵਨ ਸ਼ਸਤਰ ਸਨ। ਇਸ ਬਿਲਡਿੰਗ ਥੱਲੇ ਬਹੁਤ ਨੁਕਸਾਨੇ ਗਏ ਨੇ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਛਲਨੀ ਕੀਤਾ ਗਿਆ ਸੀ। 84 ਨੂੰ ਭਾਵੇਂ 39 ਸਾਲ ਹੋ ਚੁੱਕੇ ਨੇ ਪਰ ਹਾਲੇ ਵੀ ਕਈ ਐਸੇ ਜ਼ਖਮ ਨੇ ਜਿਹੜੇ ਕਿ ਭਰ ਨਹੀਂ ਸਕਦੇ। ਔਰ ਖਾਸ ਤੌਰ ਤੇ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸਰੂਪ ਦੀ ਗੱਲ ਕਰੀਏ ਜਿਸ ਦੇ ਅੰਗਾਂ ਨੂੰ ਉਸ ਵੇਲੇ ਗੋਲੀਆਂ ਲੱਗੀਆਂ ਸੀ, ਉਸ ਦੀ ਸੇਵਾ ਸੰਭਾਲ ਦਾ ਤੁਹਾਨੂੰ ਜ਼ਿੰਮਾ ਦਿੱਤਾ ਗਿਆ, ਤਾਂ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਮੇਰੀ ਔਰ ਪੀਰੀ ਦੇ ਇਸ ਮਹਾਨ ਪਾਵਨ ਪਾਤਸ਼ਾਹੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਜ਼ਲ 'ਤੇ ਕੋਠੜੀ ਸਾਹਿਬ ਜੀ ਦੇ ਅਸਥਾਨ ਦੇ ਬਾਹਰਲੇ ਪਾਸੇ ਬਾਬਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇਸ ਵਕਤ ਖੜ੍ਹੇ ਹਾਂ। ਜਿਹੜਾ ਸਵਾਲ ਤੁਸੀਂ ਕੀਤਾ ਸਨ 1984 ਦਾ, ਜਦੋਂ ਸਾਕਾ 1984 ਵਾਪਰਿਆ ਸੀ, ਚਾਹੇ ਬਹੁਤ ਲੰਬਾ ਸਮਾਂ ਬੀਤ ਗਿਆ ਪਰੰਤੂ ਉਹ ਜ਼ਖਮ ਅੱਜ ਵੀ ਸਿੱਖ ਪੰਥ ਦੀ ਮਾਨਸਿਕਤਾ ਵਿੱਚ ਉਸੇ ਤਰ੍ਹਾਂ ਹੀ ਹੱਲੇ ਹਨ। ਜਦੋਂ ਜੂਨ ਦਾ ਮਹੀਨਾ ਪ੍ਰਾਰੰਭ ਹੁੰਦਾ ਹੈ ਤਾਂ ਸਿੱਖ ਪੰਥ ਦੀ ਮਾਨਸਿਕ ਪੀੜਾ ਉਸੇ ਤਰ੍ਹਾਂ ਹੀ ਤਰਾ ਕਰ ਉੱਠਦੀ ਹੈ ਜਿਸ ਤਰ੍ਹਾਂ ਇਹ ਸਾਕਾ ਕੱਲ੍ਹ ਹੀ ਵਾਪਰਿਆ ਹੋਵੇ। ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੱਲ ਤੁਸੀਂ ਕੀਤੀ ਹੈ, ਇਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਉਸ ਸਮੇਂ ਪ੍ਰਕਾਸ਼ਮਾਨ ਸਨ, ਕਿਉਂਕਿ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਸ਼ਹੀਦੀ ਦਿਹਾੜਾ ਹੋਣ ਕਰਕੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇਸ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਹੋਈਆਂ ਸਨ। ਜਦੋਂ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੇ ਹੁਕਮਰਾਨਾਂ ਦਾ ਹੁਕਮ ਮੰਨ ਕੇ ਜ਼ਾਲਮ ਫੌਜ ਨੇ ਬਹੁਤ ਹਮਲਾਵਰ ਹੋ ਕੇ ਮਾਰੂ ਹਮਲਾ ਕੀਤਾ, ਉਸ ਸਮੇਂ ਆਪ ਜੀ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਹ ਜੋ ਇਮਾਰਤ ਹੈ ਇਸ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਮੈਂ ਇਹ ਵੀ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਢਹਿ-ਢੇਰੀ ਕੀਤਾ, ਉਸ ਸਮੇਂ ਗੁਰੂ ਸਾਹਿਬ ਜੀ ਦੇ ਜੋ ਪਾਵਨ ਸ਼ਸਤਰ ਹਨ ਇਸ ਬਿਲਡਿੰਗ ਦੇ ਥੱਲੇ ਬਹੁਤ ਨੁਕਸਾਨੇ ਗਏ ਸਨ। ਇਸ ਤੋਂ ਇਲਾਵਾ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਛਲਣੀ ਕੀਤਾ ਜਾ ਰਿਹਾ ਸੀ, ਉਸ ਸਮੇਂ ਦੱਖਣ ਦੀ ਬਾਹੀ ਤੋਂ ਇੱਕ ਮਸ਼ੀਨ ਗਨ ਦੀ ਗੋਲੀ ਚੱਲ ਕੇ ਦਰਵਾਜ਼ਾ ਪਾੜ ਕੇ ਅੰਦਰ ਆਈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਸਮੇਂ ਪ੍ਰਕਾਸ਼ਮਾਨ ਸਨ। ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਵਿੱਚ ਆ ਕੇ ਉਹ ਗੋਲੀ ਲੱਗੀ। ਗੁਰੂ ਸਾਹਿਬ ਜੀ ਦੇ ਬਾਹਰਲੇ ਪਾਸੇ ਤੋਂ ਉਹ ਗੋਲੀ ਅੰਦਰ ਜਾਂਦੀ ਹੈ ਜਿੱਥੇ ਤਤਕਰਾ ਸਾਹਿਬ ਜੀ ਦੀ ਪਾਵਨ ਗੁਰਬਾਣੀ, ਇਸ ਤੋਂ ਬਾਅਦ ਸ੍ਰੀ ਜਪਜੀ ਸਾਹਿਬ ਜੀ ਤੋਂ ਲੈ ਕੇ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ 16ਵੀਂ ਅਸ਼ਟਪਦੀ ਤੱਕ ਉਸ ਗੋਲੀ ਦਾ ਅਸਰ ਅੰਦਰ ਗਿਆ ਹੈ। ਗੁਰੂ ਸਾਹਿਬ ਜੀ ਦੇ ਪਾਵਨ ਅੰਗ ਉਸ ਗੋਲੀ ਦੇ ਕਾਰਨ ਨੁਕਸਾਨੇ ਗਏ।
ਉਹ ਜੋ ਪਾਵਨ ਅੱਖਰ ਹਨ ਗੁਰਬਾਣੀ ਦੇ, ਉਹ ਵੀ ਸਾਡੇ ਪਾਸ ਇਸ ਕੋਠੜੀ ਸਾਹਿਬ ਜੀ ਦੇ ਅੰਦਰ ਸਵਾਈਮਾਨ ਹਨ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਿਉਂਕਿ ਇਹ ਜੋ ਪਾਵਨ ਸਰੂਪ ਹਨ ਇਹ ਪੰਥ ਦਾ ਬਹੁਤ ਵੱਡਾ ਸਰਮਾਇਆ ਹਨ। ਇਹ ਸੇਵਾ ਇੱਕ ਬਖਸ਼ਿਸ਼ ਹੈ। ਇਸ ਬਖਸ਼ਿਸ਼ ਨੂੰ ਸਮਝਦਿਆਂ ਹੋਇਆ ਇਹਨਾਂ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਇਸ ਕੋਠੜੀ ਸਾਹਿਬ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਲਗਾਤਾਰ ਕੀਤੀ ਜਾ ਰਹੀ ਹੈ। ਕਿੰਨੀ ਕੁ ਦੇਰ ਤੋਂ ਇਹ ਸੇਵਾ ਜਿਹੜੀ ਤੁਹਾਨੂੰ ਸੌਂਪੀ ਗਈ ਹੈ? ਇਹ ਸਨ 2014 ਤੋਂ ਲੈ ਕੇ ਇਹਨਾਂ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਸੌਂਪਿਆ ਗਿਆ, ਕਿਉਂਕਿ ਪੰਥ ਦਾ ਬਹੁਤ ਵੱਡਾ ਸਰਮਾਇਆ ਹੋਣ ਕਰਕੇ ਇਹ ਜੁਗੋ ਜੁਗ ਸੰਭਾਲੇ ਪੰਥ ਵਿੱਚ ਰਹਿਣੇ ਚਾਹੀਦੇ ਨੇ, ਕਿਉਂਕਿ ਦਰਸ਼ਨ ਕਰਨੇ ਹਰ ਸਿੱਖ ਸੰਗਤਾਂ ਨੇ। ਕਿਉਂਕਿ ਇਤਿਹਾਸ ਕੇਵਲ ਸੁਣਾਉਣ ਵਾਸਤੇ ਨਹੀਂ, ਇਤਿਹਾਸ ਦਿਖਾਉਣ ਵਾਸਤੇ ਵੀ ਚਾਹੀਦਾ ਹੈ। ਤਾਂ ਇਹ ਕੋਠੜੀ ਸਾਹਿਬ ਦੇ ਅੰਦਰ ਜੋ ਟੈਕਨੀਕਲ ਵਰਕ ਹੁੰਦਾ ਗੁਰੂ ਸਾਹਿਬ ਜੀ ਨੂੰ ਸੇਵਾ ਸੰਭਾਲ ਦਾ, ਟੈਕਨੋਲੋਜੀ ਦੇ ਪੱਖ ਤੋਂ ਬਹੁਤ ਵੱਡਾ ਅੰਦਰ ਕਾਰਜ ਚੱਲ ਰਿਹਾ ਹੈ। ਮੈਂ ਇਹ ਵੀ ਸਿੱਖ ਸੰਗਤਾਂ ਨੂੰ ਪਹਿਲਾਂ ਵੀ ਕਈ ਵਾਰ ਦੱਸਿਆ, ਹੁਣ ਵੀ ਦੱਸਣਾ ਚਾਹੁੰਦਾ ਆਪ ਜੀ ਦੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ। ਇਸ ਕੋਠੜੀ ਸਾਹਿਬ ਦੇ ਅੰਦਰ 45 ਡਿਗਰੀ ਤੋਂ 55 ਡਿਗਰੀ ਤੱਕ ਜੋ ਨਮੀ ਹੈ ਉਹ ਕੰਟਰੋਲ ਕਰਨੀ ਪੈਂਦੀ ਹੈ। ਉਹ ਸਿਸਟਮ ਅੰਦਰ ਲੱਗਾ ਹੋਇਆ ਹੈ। ਜੋ ਆਪਾਂ ਸਾਹ ਲੈਂਦੇ ਆ ਉਹ ਸਾਹ ਦਾ ਅਸਰ ਵੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਉੱਪਰ ਨਹੀਂ ਜਾਣਾ ਚਾਹੀਦਾ। ਇਹ ਤਕਨੀਕੀ ਤੌਰ 'ਤੇ ਸਾਨੂੰ ਇਹ ਕੁਝ ਨੁਕਤੇ ਸਾਇੰਟਿਸਟਾਂ ਨੇ ਦੱਸੇ, ਜਿਸ ਕਰਕੇ ਇਸ ਕੋਠੜੀ ਸਾਹਿਬ ਦੇ ਅੰਦਰ ਸਾਹ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਨ ਦਾ ਸਿਸਟਮ ਵੀ ਅੰਦਰ ਚੱਲ ਰਿਹਾ ਹੈ। ਤੇ ਇੱਕ ਪਿਛਲੀ ਵਾਰ ਦਰਸ਼ਨ ਵੀ ਕਰਵਾਏ ਗਏ ਸੀ ਸੰਗਤ ਨੂੰ, ਕੀ ਇਸ ਵਾਰ ਵੀ ਦਰਸ਼ਨਾਂ ਦਾ ਕੋਈ ਇਸ ਤਰੀਕੇ ਦਾ ਪ੍ਰੋਗਰਾਮ ਹੈ? ਜੀ ਮੈਂ ਉਹੀ ਆਪ ਜੀ ਨੂੰ ਦੱਸਣ ਲੱਗਾ ਸੀ ਕਿ ਅੰਦਰ ਜੋ ਟੈਂਪਰੇਚਰ ਹੈ ਉਹ 22 ਡਿਗਰੀ ਤੇ ਹਰ ਸਮੇਂ ਅੰਦਰ ਮੇਨਟੇਨ ਕਰਨਾ ਪੈਂਦਾ ਹੈ। ਮੇਰੇ ਕਹਿਣ ਦਾ ਭਾਵ ਕਿ ਇੱਥੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਬਹੁਤ ਚੜ੍ਹਦੀ ਕਲਾ ਸਹਿਤ ਲਗਾਤਾਰ ਕੀਤੀ ਜਾ ਰਹੀ ਹੈ। ਜੋ ਤੁਸੀਂ ਸਵਾਲ ਕੀਤਾ ਕਿ ਪਿਛਲੇ 2 ਸਾਲ ਤੋਂ ਦਰਸ਼ਨ ਕਰਵਾਏ ਜਾ ਰਹੇ ਨੇ ਇਹਨਾਂ ਦਿਹਾੜਿਆਂ ਤੇ, ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਨੇ ਇਹ ਫੈਸਲਾ ਕੀਤਾ ਕਿ 6 ਜੂਨ ਦਾ ਜੋ ਦਿਹਾੜਾ ਹੈ, ਇਸ ਦਿਹਾੜੇ ਤੇ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਜੋ ਪਾਵਨ ਅਸਥਾਨ ਹੈ, ਕਿਉਂਕਿ ਉੱਥੇ ਸੁਵਿਧਾ ਕਾਫੀ ਹੈ, ਸੰਗਤ ਨੂੰ ਦਰਸ਼ਨ ਕਰਵਾਉਣ ਦੀ ਕਾਫੀ ਖੁੱਲ੍ਹਾ ਅਸਥਾਨ ਹੈ। ਸੰਗਤ ਇੱਕ ਪਾਸੇ ਦੀ ਆਉਂਦੀ ਹੈ, ਦੂਜੇ ਪਾਸੇ ਦੀ ਬਾਹਰ ਜਾ ਸਕਦੀ ਹੈ। ਇਸ ਕਰਕੇ ਇਸ ਪਾਵਨ ਅਸਥਾਨ ਤੇ ਦਰਸ਼ਨ 6 ਜੂਨ ਵਾਲੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਕਰਵਾਏ ਜਾਣਗੇ। ਇੱਕ ਸਿੰਘ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ, ਚਾਹੇ ਉਹ ਟੈਂਪਰੇਚਰ ਹੈ, ਟੈਕਨੀਕ ਹੈ, ਤਾਂ ਇਹ ਕਿੰਨਾ ਕੁ ਔਖਾ ਵੀ ਹੈ, ਕਿਉਂਕਿ ਗੁਰੂ ਸਾਹਿਬ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈ, ਪਰ ਇੱਕ ਤਾਂ ਉਸ ਵੇਲੇ ਦਾ 84 ਦਾ ਇਤਿਹਾਸ ਜੁੜਿਆ ਇਸ ਜਿਹੜੇ ਪਾਵਨ ਸਰੂਪ ਦੇ ਨਾਲ, ਤਾਂ ਉਹ ਕਿੰਨੀ ਕੁ ਸੇਵਾ ਦੇ ਵਿੱਚ ਔਕੜਾਂ ਵੀ ਆਉਂਦੀਆਂ ਹੋਣਗੀਆਂ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਪਾਵਨ ਸਰੂਪਾਂ ਨੂੰ ਕਿਸੇ ਤਰ੍ਹਾਂ ਦੀ ਸਲਾਬ ਨਾ ਪੈ ਸਕੇ, ਕੋਈ ਫੰਗਸ ਉੱਲੀ ਦਾ ਅਸਰ ਨਾ ਪੈ ਸਕੇ, ਕਿਸੇ ਤਰ੍ਹਾਂ ਦਾ ਕੋਈ ਕੀੜਾ ਅਸਰ ਨਾ ਪਾ ਸਕੇ, ਜਿਸ ਕਰਕੇ ਇਹ ਟੈਕਨੀਕਲ ਸੇਵਾਵਾਂ ਉੱਤੇ ਅਤਿਅੰਤ ਜ਼ਰੂਰੀ ਹਨ। ਇਹ ਪਾਵਨ ਸਰੂਪ ਹੱਥ ਲਿਖਤ ਹਨ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਸਨ। ਇਹ ਹੱਥ ਲਿਖਤ ਪਾਵਨ ਸਰੂਪ ਹਨ। ਤੇ ਕਿੰਨੀਆਂ ਗੋਲੀਆਂ ਜਿਹੜੀਆਂ ਅੰਗਾਂ ਦੇ ਵਿੱਚ ਲੱਗੀਆਂ? ਇਹ ਗੁਰੂ ਸਾਹਿਬ ਜੀ ਦੇ ਪਾਵਨ ਅੰਗਾਂ ਵਿੱਚ ਇੱਕ ਗੋਲੀ ਹੈ। ਉਹ ਗੋਲੀ ਅਸੀਂ ਦਿਖਾਵਾਂਗੇ ਤੁਹਾਡੇ ਇਹਨਾਂ ਚੈਨਲਾਂ ਦੇ ਮਾਧਿਅਮ ਦੇ ਰਾਹੀਂ 6 ਜੂਨ ਵਾਲੇ ਦਿਨ। ਉਹ ਗੋਲੀ ਬਹੁਤ ਨਜ਼ਦੀਕ ਤੋਂ ਕਰਕੇ ਅਸੀਂ ਦਿਖਾਵਾਂਗੇ ਸਿੱਖ ਸੰਗਤਾਂ, ਤਾਂ ਕਿ ਘਰ ਬੈਠੀਆਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਉਹ ਦੇਖ ਸਕਣ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕਣ।